ਵੈਲਕਮ ਟੂ ਅਮਰੀ ਸੀਨੀਅਰ ਸੈਕੰਡਰੀ ਸਕੂਲ। ਅੱਜ ਅਸੀਂ ਸਟਾਰਟ ਕਰ ਰਹੇ ਹਾਂ ਸੀ ਪ੍ਰੋਗਰਾਮਿੰਗ ਲੈਂਗੁਏਜ ਦਾ ਪਹਿਲਾ ਚੈਪਟਰ। ਬਹੁਤ ਹੀ ਸਕ੍ਰੈਚ ਤੋਂ ਅਸੀਂ ਸਟਾਰਟ ਕਰਨਾ ਹੈ। ਇਹਦੇ 'ਚ ਅਸੀਂ ਸਭ ਤੋਂ ਪਹਿਲਾਂ ਕਰਾਂਗੇ ਇੰਟਰੋਡਕਸ਼ਨ, ਪ੍ਰੋਗਰਾਮਿੰਗ ਲੈਂਗੁਏਜ ਕੀ ਹੁੰਦੀ ਹੈ ਅਤੇ ਸੀ ਪ੍ਰੋਗਰਾਮਿੰਗ ਲੈਂਗੁਏਜ ਬਾਰੇ ਥੋੜ੍ਹਾ ਸਾ ਨੌਲੇਜ ਲਵਾਂਗੇ। ਉਹਦੇ ਬਾਅਦ ਅਸੀਂ ਇੱਕ ਪ੍ਰੋਗਰਾਮ ਰਨ ਕਰਾਂਗੇ। ਪ੍ਰੋਗਰਾਮ ਰਨ ਕਰਨ ਵਾਸਤੇ ਤੁਹਾਨੂੰ ਕੰਪਿਊਟਰ ਦੀ ਲੋੜ ਨਹੀਂ ਜ਼ਰੂਰਤ ਹੈਗੀ ਹੈ, ਤੁਸੀਂ ਆਪਣੇ ਮੋਬਾਈਲ 'ਤੇ ਕਰ ਸਕਦੇ ਹੋ। ਕਿਹੜੀ ਐਪ 'ਚ ਫੋਕਸ ਕਰ ਰਹੇ ਹਾਂ ਉਹ ਹੈ ਕੋਡਿੰਗ ਸੀ। ਉਹਦੇ ਬਾਅਦ ਇਹ ਪ੍ਰੋਗਰਾਮ 'ਚ ਜਿਹੜਾ ਸੈਂਪਲ ਪ੍ਰੋਗਰਾਮ ਅਸੀਂ ਰਨ ਕਰਨਾ ਹੈ ਇਹਦੇ ਬਾਰੇ ਥੋੜ੍ਹੀ ਅੰਡਰਸਟੈਂਡਿੰਗ ਕਰਾਂਗੇ, ਨਾਲੇ ਉਹਦੇ ਬਾਅਦ ਥੋੜ੍ਹਾ ਜਿਹਾ ਹੋਮਵਰਕ ਦੇਵਾਂਗਾ, ਉਹ ਕਰਦੇ ਹਾਂ। ਤਾਂ ਚਲੋ ਸਟਾਰਟ ਕਰਦੇ ਹਾਂ ਵੀਡੀਓ। ਥੋੜ੍ਹਾ ਜਿਹਾ ਸੀ ਪ੍ਰੋਗਰਾਮਿੰਗ ਲੈਂਗੁਏਜ ਨੂੰ ਸਮਝ ਲੈਂਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਇੱਕ ਲੈਂਗੁਏਜ ਹੈ। ਲੈਂਗੁਏਜ ਅਸੀਂ ਕਿਉਂ ਯੂਜ਼ ਕਰਦੇ ਹਾਂ? ਇੱਕ ਦੂਜੇ ਨਾਲ ਗੱਲਬਾਤ ਕਰਨ ਵਾਸਤੇ। ਇਨਸਾਨਾਂ ਵਿੱਚ ਜਿਵੇਂ ਹਿੰਦੀ, ਪੰਜਾਬੀ, ਇੰਗਲਿਸ਼, ਇਹ ਸਾਰੀ ਲੈਂਗੁਏਜਿਸ ਨੇ ਹਿਊਮਨ ਟੂ ਹਿਊਮਨ, ਯਾਨੀ ਕਿ ਇਨਸਾਨਾਂ ਵਿੱਚ ਗੱਲ ਕਰਨ ਵਾਸਤੇ। ਚਲੋ ਹੁਣ ਇੱਕ ਐਗਜ਼ਾਮਪਲ ਲੈਂਦੇ ਹਾਂ ਜਿਹਦੇ ਨਾਲ ਸਾਨੂੰ ਸਮਝ ਆਏ ਕਿ ਸੀ ਪ੍ਰੋਗਰਾਮਿੰਗ ਲੈਂਗੁਏਜ ਜਾਂ ਕਿਸੇ ਵੀ ਪ੍ਰੋਗਰਾਮਿੰਗ ਲੈਂਗੁਏਜ ਦੀ ਸਾਨੂੰ ਜ਼ਰੂਰਤ ਪੈਂਦੀ ਕਿਉਂ ਹੈ। ਇੱਕ ਏ ਪਰਸਨ ਹੈ ਅਤੇ ਇੱਕ ਬੀ ਪਰਸਨ ਹੈ। ਜਿਹੜਾ ਏ ਪਰਸਨ ਹੈ ਉਹ ਬੀ ਪਰਸਨ ਨੂੰ ਕਹਿ ਰਿਹਾ ਹੈ ਕਿ ਤੂੰ ਰਿਪੀਟ ਕਰ ਜਿਹੜਾ ਮੈਂ ਕਹਿ ਰਿਹਾ। ਮੈਂ ਹੈਲੋ ਵਰਲਡ ਕਹਿ ਰਿਹਾ, ਤੂੰ ਵੀ ਹੈਲੋ ਵਰਲਡ ਕਹਿ। ਇਹ ਕੰਮ ਈਜ਼ੀਲੀ ਹੋ ਜਾਣਾ ਕਿਉਂਕਿ ਦੋਨਾਂ ਨੂੰ ਇੰਗਲਿਸ਼ ਆਉਂਦੀ ਹੈ। ਹੁਣ ਅਸੀਂ ਕੇਸ ਲਈਏ ਕੰਪਿਊਟਰ ਵਾਲਾ। ਇੱਕ ਪਾਸੇ ਪਰਸਨ ਨਹੀਂ ਹੈ ਪਰ ਹੁਣ ਬੀ ਦੀ ਜਗ੍ਹਾ ਕੰਪਿਊਟਰ ਆ ਗਿਆ ਹੈ। ਹੁਣ ਕੰਪਿਊਟਰ ਦੀ ਲੈਂਗੁਏਜ ਕਿਆ ਹੈ? ਕੰਪਿਊਟਰ ਦੀ ਤਾਂ ਮਸ਼ੀਨ ਲੈਂਗੁਏਜ ਹੈ। 0 ਜਾਂ 1 ਔਨ ਔਰ ਆਫ। ਤੁਸੀਂ ਛੋਟੀ ਕਲਾਸਾਂ 'ਚ ਬੁਲੀਅਨ ਨੰਬਰਸ ਪੜ੍ਹੇ ਹੋਣੇ ਆ, ਅਤੇ ਕੰਪਿਊਟਰ ਦੀ ਉਹ ਲੈਂਗੁਏਜ ਹੈ। ਸਾਡੀ ਲੈਂਗੁਏਜ ਇੰਗਲਿਸ਼ ਹੈ। ਇਹਨਾਂ ਵਿੱਚ ਕਮਿਊਨੀਕੇਸ਼ਨ ਕਿੱਦਾਂ ਹੋਏਗੀ? ਇਸੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਪ੍ਰੋਗਰਾਮਿੰਗ ਲੈਂਗੁਏਜਿਸ ਬਣਾਈਆਂ ਗਈਆਂ। ਪ੍ਰੋਗਰਾਮਿੰਗ ਲੈਂਗੁਏਜਿਸ ਨੇ ਕੀ ਕੀਤਾ? ਇਹ ਜਿਹੜਾ ਗੈਪ ਤੁਸੀਂ ਦੇਖ ਰਹੇ ਹੋ ਕਮਿਊਨੀਕੇਸ਼ਨ ਦਾ, ਮਸ਼ੀਨ ਲੈਂਗੁਏਜ ਅਤੇ ਇੰਗਲਿਸ਼ ਲੈਂਗੁਏਜ ਦਾ, ਇਹ ਗੈਪ ਫਿਲ ਕੀਤਾ। ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਹੈ ਉਹ ਇੰਗਲਿਸ਼ ਦੀ ਲੈਟਰਸ 'ਚ ਹੈਗੀਆਂ, ਜਿਸ ਕਾਰਨ ਅਸੀਂ ਸਮਝ ਸਕੀਏ, ਅਸੀਂ ਪ੍ਰੋਗਰਾਮਿੰਗ ਕਰ ਸਕੀਏ। ਅਤੇ ਉਹਦੇ ਬਾਅਦ ਇਹ ਐਟ ਲਾਸਟ ਟਰਾਂਸਲੇਟ ਜਾਂ ਟਰਾਂਸਲੇਸ਼ਨ ਇਹਦੀ ਕਿਹਦੇ 'ਚ ਹੋ ਜਾਣੀ ਹੈ? ਮਸ਼ੀਨ ਲੈਂਗੁਏਜ। ਫੋਰ ਐਗਜ਼ਾਮਪਲ, ਹੁਣ ਅਸੀਂ ਸਿੰਪਲੀ ਹੈਲੋ ਵਰਲਡ ਤਾਂ ਕਹਿ ਨਹੀਂ ਸਕਦੇ, ਸਿੰਪਲ ਇੰਗਲਿਸ਼ ਤਾਂ ਕੰਪਿਊਟਰ ਸਮਝਦਾ ਨਹੀਂ। ਅਸੀਂ ਇੱਕ ਪ੍ਰੋਗਰਾਮਿੰਗ ਲੈਂਗੁਏਜ ਲੈ ਲੈਣੀ ਹੈ। ਹੁਣ ਜਾਵਾ, ਪਰਲ, ਇਹ ਸਾਰੀਆਂ ਲੈਂਗੁਏਜਿਸ ਨੇ, ਪਰ ਅਸੀਂ ਫੋਕਸ ਕਿਹਦੇ 'ਤੇ ਕਰ ਰਹੇ ਹਾਂ? ਸੀ ਲੈਂਗੁਏਜ। ਹੁਣ ਸੀ ਲੈਂਗੁਏਜ 'ਚ ਜੇ ਕੰਪਿਊਟਰ ਨੂੰ ਕਹਿਣਾ ਹੈ, ਇੰਸਟਰਕਸ਼ਨ ਦੇਣੀ ਹੈ ਕਿ ਤੂੰ ਹੈਲੋ ਵਰਲਡ ਬੋਲ, ਤਾਂ ਇਸ ਤਰ੍ਹਾਂ ਕੋਡ ਲਿਖਿਆ ਜਾਵੇਗਾ। ਹੁਣ ਤੁਸੀਂ ਗੌਰ ਕਰੋ, ਗੱਲ ਤਾਂ ਸੇਮ ਹੀ ਹੋ ਰਹੀ ਹੈ। ਇਹ ਕੰਪਿਊਟਰ ਨੂੰ ਅਸੀਂ ਕੀ ਕਹਿ ਰਹੇ ਹਾਂ? ਹੈਲੋ ਵਰਲਡ ਹੀ ਕਹਿਣ ਨੂੰ ਕਹਿ ਰਹੇ ਹਾਂ, ਪਰ ਇਹ ਬਾਕੀ ਚੀਜ਼ਾਂ ਜਿਹੜੀਆਂ ਤੁਸੀਂ ਵੇਖ ਰਹੇ ਹੋ ਇਹ ਪ੍ਰੋਗਰਾਮਿੰਗ ਹੈ, ਇਹ ਕੋਡ ਹੈ। ਜਿਵੇਂ ਕਿਸੇ ਵੀ ਲੈਂਗੁਏਜ ਦੇ ਕੁਝ ਵਰਡਸ ਹੁੰਦੇ ਨੇ, ਉਹਦਾ ਕੁਝ ਮੀਨਿੰਗ ਹੁੰਦਾ ਹੈ, ਕੁਝ ਗ੍ਰਾਮਰ ਰੂਲਸ ਹੁੰਦੇ ਨੇ, ਉੱਦਾਂ ਹੀ ਸੀ ਪ੍ਰੋਗਰਾਮਿੰਗ ਲੈਂਗੁਏਜ ਦੇ ਵੀ ਕੁਝ ਵਰਡਸ ਨੇ। ਪਰ ਇਹ ਐਕਚੁਅਲੀ 'ਚ ਕਿੱਦਾਂ ਹੋਏਗਾ? ਅਸੀਂ ਐਗਜ਼ਾਮਪਲ ਆਪਣੇ ਮੋਬਾਈਲ 'ਤੇ ਕਰ ਸਕਦੇ ਹਾਂ। ਇਹਦੇ ਵਾਸਤੇ ਅਸੀਂ ਕੋਡਿੰਗ ਸੀ ਕਰਕੇ ਐਪਲੀਕੇਸ਼ਨ ਹੈ, ਉਹ ਡਾਊਨਲੋਡ ਕਰਨੀ ਹੈ ਮੋਬਾਈਲ 'ਤੇ। ਉਹ ਕਿੱਦਾਂ ਕਰਨੀ ਹੈ ਆਓ ਸਮਝ ਲੈਂਦੇ ਹਾਂ। ਹੁਣ ਅਸੀਂ ਪਲੇ ਸਟੋਰ 'ਚ ਜਾਣਾ ਹੈ। ਪਲੇ ਸਟੋਰ 'ਚ ਜਾ ਕੇ ਤੁਸੀਂ ਟਾਈਪ ਕਰਨਾ ਹੈ ਕੋਡਿੰਗ ਸੀ, CODING ਸੀ। ਇਹ ਜਿਹੜੀ ਪਹਿਲੀ ਐਪ ਆ ਰਹੀ ਹੈ ਇਹ ਅਸੀਂ ਡਾਊਨਲੋਡ ਕਰਨੀ ਹੈ। ਇਹਨੂੰ ਇੰਸਟਾਲ ਕਰ ਲਓ। ਇਹ ਇੱਕ ਆਫਲਾਈਨ ਐਪ ਹੈ। ਜੇ ਇੱਕ ਵਾਰੀ ਤੁਸੀਂ ਡਾਊਨਲੋਡ ਕਰ ਲਈ ਤਾਂ ਬਾਅਦ 'ਚ ਤੁਹਾਨੂੰ ਇੰਟਰਨੈਟ ਦੀ ਜਿਹੜੀ ਹੈਗੀ ਜ਼ਰੂਰਤ ਨਹੀਂ ਪੈਣੀ ਹੈ। ਇਹ ਚੈੱਕ ਕਰ ਰਿਹਾ ਇੰਸਟਾਲੇਸ਼ਨ। ਹੁਣ ਮੈਂ ਇਸ ਐਪ ਨੂੰ ਓਪਨ ਕਰ ਲੈਣਾ। ਇਹ ਜਿਹੜਾ ਪ੍ਰੋਗਰਾਮ ਹੈ ਡੈਮੋ ਪ੍ਰੋਗਰਾਮ, ਜਿਹੜਾ ਛੋਟਾ ਜਿਹਾ ਪ੍ਰੋਗਰਾਮ ਅਸੀਂ ਡਿਸਕਸ ਕਰ ਰਹੇ ਹਾਂ, ਉਹੀ ਇਹ ਸੇਮ ਹੀ ਪ੍ਰੋਗਰਾਮ ਹੈ। ਰਨ 'ਤੇ ਕਲਿੱਕ ਕਰੋਗੇ ਤਾਂ ਇਹ ਪ੍ਰੋਗਰਾਮ ਕੰਪਾਈਲ ਐਂਡ ਰਨ ਹੋ ਜਾਣਾ ਹੈ। ਇਹ ਕੰਸੋਲ ਹੈ ਜਿਹਦੇ 'ਤੇ ਤੁਹਾਡੀ ਆਊਟਪੁੱਟ ਆਉਣੀ ਹੈ। ਮੈਂ ਇੱਥੇ ਜਿਹੜਾ ਅਸੀਂ ਪ੍ਰੋਗਰਾਮ ਮੋਬਾਈਲ 'ਤੇ ਰਨ ਕੀਤਾ ਸੀ ਉਹ ਮੈਂ ਲਿਖ ਲਿਆ ਹੈ। ਹੁਣ ਅਸੀਂ ਇੱਕ ਇੱਕ ਕਰਕੇ ਹਰ ਇੱਕ ਲਾਈਨ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਗੱਲ ਨੋਟ ਕਰੋ ਕਿ ਤੁਸੀਂ ਜੇ ਪਹਿਲੇ ਸਕ੍ਰੈਚ ਤੋਂ ਕਰ ਰਹੇ ਹੋ, ਸਟਾਰਟ ਪਹਿਲੀ ਵਾਰੀ ਸੀ ਪ੍ਰੋਗਰਾਮਿੰਗ ਲੈਂਗੁਏਜ ਸਿੱਖ ਰਹੇ ਹੋ, ਤਾਂ ਤੁਹਾਨੂੰ ਇੱਕਦਮ ਸਭ ਕੁਝ ਸਮਝ ਨਹੀਂ ਆਉਣਾ ਹੈਗਾ। ਜਿੱਦਾਂ ਤੁਸੀਂ ਇਹ ਕੋਰਸ ਦੇ ਅਗਲੇ ਵੀਡੀਓਜ਼ ਦੇਖੀ ਜਾਓਗੇ, ਤੁਹਾਨੂੰ ਕਈ ਗੱਲਾਂ ਕਲੀਅਰ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ। ਸਭ ਤੋਂ ਉੱਤੇ ਵੇਖੋ ਕੀ ਹੈਗਾ, #include stdio.h। ਇਹ ਕੀ ਹੈਗੀ ਹੈ? stdio ਦਾ ਮਤਲਬ ਹੈ ਸਟੈਂਡਰਡ ਇਨਪੁਟ ਫਾਈਲ। .h ਦਾ ਮਤਲਬ ਹੈ ਇਹ ਇੱਕ ਹੈਡਰ ਫਾਈਲ ਹੈ।
ਇੰਕਲੂਡ ਮਤਲਬ ਅਸੀਂ ਕਹਿ ਰਹੇ ਹਾਂ ਕੰਪਿਊਟਰ ਪ੍ਰੋਗਰਾਮ ਨੂੰ ਕਿ ਪਲੀਜ਼ ਇਹ ਫਾਈਲ ਇੰਕਲੂਡ ਕਰ ਲਓ, ਬਟ ਕੁਐਸਚਨ ਹੁੰਦਾ ਹੈ ਅਸੀਂ ਕਾਹਨੂੰ ਕਰਨੀ ਹੈ ਇਹ ਫਾਈਲ ਇੰਕਲੂਡ, ਕਿਉਂਕਿ ਇਸ ਫਾਈਲ 'ਚ ਕਾਫੀ ਐਸੇ ਫੰਕਸ਼ਨ ਪਏ ਹੈ ਜਿਹੜੇ ਸਾਨੂੰ ਜ਼ਰੂਰਤ ਪੈਣੀ ਹੈ ਸਾਡੇ ਪ੍ਰੋਗਰਾਮ ਵਾਸਤੇ ਰਨ ਕਰਨ ਵਾਸਤੇ। ਕਹਿਣ ਦਾ ਭਾਵ ਇਹ ਹੈ ਕਿ ਸਭ ਕੁਝ ਅਸੀਂ ਪ੍ਰੋਗਰਾਮ ਨਹੀਂ ਕਰਨਾ, ਕਈ ਚੀਜ਼ਾਂ ਇਨਬਿਲਟ ਯਾਨੀ ਕਿ ਪ੍ਰੋਗਰਾਮਸ ਦੇ ਵਿੱਚ ਹੀ ਹੈਗੀਆਂ ਜਿਹੜੀ ਅਸੀਂ ਆਪਣੇ ਵਾਸਤੇ ਯੂਜ਼ ਕਰ ਸਕਦੇ ਹਾਂ ਆਪਣੇ ਪ੍ਰੋਗਰਾਮ ਰਨ ਕਰਨ ਵਾਸਤੇ। ਬਾਅਦ 'ਚ ਇਹਦੇ ਕੀ ਹੈਗਾ, ਇੰਟ ਮੇਨ ਦੇ ਨਾਲ ਰਾਉਂਡ ਬ੍ਰੈਕਟਸ ਲੱਗੀਆਂ ਨੇ, ਫਿਰ ਕਰਲੀ ਬ੍ਰੇਸਿਸ ਸਟਾਰਟ ਹੁੰਦੀਆਂ ਨੇ ਤੇ ਲਾਸਟ 'ਚ ਕਰਲੀ ਬ੍ਰੇਸਿਸ ਐਂਡ ਹੋ ਜਾਂਦੀਆਂ ਨੇ। ਇਹ ਇੱਕ ਫੰਕਸ਼ਨ ਹੈ, ਇਹਦਾ ਨਾਂ ਕੀ ਹੈ, ਮੇਨ ਫੰਕਸ਼ਨ ਹੈ। ਕੋਈ ਵੀ ਸੀ ਪ੍ਰੋਗਰਾਮ ਜਿਹੜਾ ਹੋਏਗਾ ਉਹ ਮੇਨ ਫੰਕਸ਼ਨ ਦੇ ਬਗੈਰ ਨਹੀਂ ਹੋ ਸਕਦਾ। ਮੇਨ ਪ੍ਰੋਗਰਾਮ ਤੋਂ ਹੀ ਸਾਡਾ ਜਿਹੜਾ ਪ੍ਰੋਗਰਾਮ ਹੈ ਐਗਜ਼ੀਕਿਊਟ ਹੋਣਾ ਸਟਾਰਟ ਹੁੰਦਾ ਹੈ। INT ਦਾ ਮਤਲਬ ਇੱਥੇ ਸਿੰਪਲ ਇੰਟੀਜਰ ਹੈ। ਇਹ ਜਿਹੜਾ ਫੰਕਸ਼ਨ ਹੈ ਇਹ ਰਿਟਰਨ 'ਚ ਇੰਟੀਜਰ ਲੈਂਦਾ ਹੈ। ਜਿਹੜਾ ਰਿਟਰਨ 0 ਲਿਖਿਆ 0 ਇੰਟੀਜਰ ਨੰਬਰ ਹੈ, ਇਹ ਇਹਦੇ ਕਰਕੇ ਹੀ ਅਸੀਂ ਇੱਥੇ ਲਿਖਿਆ ਹੈ। ਫੰਕਸ਼ਨਸ ਅਸੀਂ ਸਮਝਾਂਗੇ ਫਿਊਚਰ ਦੇ ਵੀਡੀਓਜ਼ ਜਦੋਂ ਅਸੀਂ ਆਪਣੇ ਫੰਕਸ਼ਨ ਬਣਾਉਣੇ ਸ਼ੁਰੂ ਕਰਾਂਗੇ। ਹੁਣ ਤੁਸੀਂ ਵੇਖੋ ਥੱਲੇ ਇੱਕ ਲਾਈਨ 'ਚ ਪ੍ਰਿੰਟ ਐਫ ਰਾਉਂਡ ਬ੍ਰੈਕਟ ਕੋਟਸ ਲੱਗੀਆਂ ਹੋਈਆਂ ਤੇ ਵਿੱਚ ਇੱਕ ਹੈਲੋ ਵਰਡ ਲਿਖਿਆ ਹੋਇਆ। ਸੇਮ ਜਿੱਦਾਂ ਹੀ ਕਮਿਊਨੀਕੇਸ਼ਨ ਇਨਸਾਨਾਂ ਤੋਂ ਇਨਸਾਨ ਕਰ ਰਹੇ ਸੀ, ਹੁਣ ਅਸੀਂ ਇੱਕ ਕੋਡ 'ਚ ਲਿਖ ਰਹੇ ਹਾਂ ਕਮਿਊਨੀਕੇਟ ਕਰਨ ਵਾਸਤੇ ਕੰਪਿਊਟਰ ਨੂੰ। ਹੁਣ ਤੁਸੀਂ ਇਹਦਾ ਮਤਲਬ ਸਮਝੋ, ਪ੍ਰਿੰਟਐਫ ਕੀ ਹੈਗਾ, ਪ੍ਰਿੰਟਐਫ ਵੀ ਇੱਕ ਫੰਕਸ਼ਨ ਹੈਗਾ, ਇਹ ਅਸੀਂ ਆਪਣੀ ਹੈਲਪ ਵਾਸਤੇ ਯੂਜ਼ ਕਰ ਰਹੇ ਹਾਂ। ਇਹਦੇ ਇਸ ਫੰਕਸ਼ਨ ਦੇ ਅੰਦਰ ਕੀ ਹੈ ਇਹ ਸਾਨੂੰ ਜਾਣਨ ਦੀ ਜ਼ਰੂਰਤ ਨਹੀਂ, ਇਹਦਾ ਕੰਮ ਕਿਆ ਹੈ ਬਸ ਇਹ ਸਾਨੂੰ ਪਤਾ ਹੋਣਾ ਚਾਹੀਦਾ। ਪ੍ਰਿੰਟਐਫ ਇੱਥੇ ਕੀ ਕਰ ਰਿਹਾ ਹੈ, ਕਰਲੀ ਬ੍ਰੇਸਿਸ ਦੇ ਅੰਦਰ ਜਿਹੜੀ ਅਸੀਂ ਸਟ੍ਰਿੰਗ ਲਿਖੀ ਹੈ ਉਹਨੂੰ ਆਊਟਪੁੱਟ ਕੰਸੋਲ 'ਚ ਦੇ ਰਿਹਾ ਹੈ। ਇਹਦਾ ਫੰਕਸ਼ਨ ਇਹ। ਹੁਣ ਤੁਸੀਂ ਕਹੋ ਇੱਕਦਮ ਕਿੱਦਾਂ ਆ ਗਿਆ, ਤਾਂ ਹੀ ਜਿਹੜਾ ਸਾਡਾ ਸਭ ਤੋਂ ਪਹਿਲਾ ਵਾਲਾ ਪੁਆਇੰਟ ਸੀਗਾ include stdio.h, ਇਹ ਜਿਹੜਾ ਫੰਕਸ਼ਨ ਹੈ ਇਹ ਫਾਈਲ ਦੇ ਅੰਦਰ ਸੀ, ਅਸੀਂ ਇਹਨੂੰ ਪਹਿਲੇ ਹੀ ਇੰਕਲੂਡ ਕਰ ਲਿਆ ਸੀ ਸਭ ਤੋਂ ਟੌਪ ਤੇ, ਤਾਂ ਕਰਕੇ ਸਾਨੂੰ ਬਾਅਦ 'ਚ ਐਰਰ ਨਾ ਆਏ। ਜੇ ਫੋਰ ਐਗਜ਼ਾਮਪਲ ਤੁਸੀਂ ਇਹ ਪ੍ਰੋਗਰਾਮ ਰਨ ਕਰਦੇ ਹੋ ਪਰ include studio.h ਹਟਾ ਦਿੰਦੇ ਹੋ ਤਾਂ ਤੁਹਾਨੂੰ ਐਰਰ ਆ ਜਾਣਾ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਪ੍ਰਿੰਟਐਫ ਕੀ ਹੈਗਾ। ਪ੍ਰਿੰਟਐਫ ਫੰਕਸ਼ਨ ਦਾ ਜਿਹੜਾ ਡੈਫੀਨੇਸ਼ਨ ਹੈ, ਜਿਹੜਾ ਮਤਲਬ ਹੈ ਉਹ ਦਿੱਤਾ ਹੋਇਆ ਹੈ ਫਾਈਲ 'ਚ, ਹੈਡਰ ਫਾਈਲ 'ਚ, ਜਿਹਦਾ ਨਾਮ ਹੈ stdio.h। ਇੱਕ ਛੋਟੀ ਜਿਹੀ ਚੀਜ਼ ਬਟ ਇੰਪੋਰਟੈਂਟ ਚੀਜ਼ ਤੁਸੀਂ ਗੌਰ ਕਰਨੀ ਹੈ, ਹਰ ਇੱਕ ਸਟੇਟਮੈਂਟ ਦੇ ਬਾਅਦ ਲੱਗੇ ਹੋਈਆਂ ਨੇ ਸੈਮੀਕੋਲਨ। ਇਹ ਸੈਮੀਕੋਲਨ ਦੱਸਦੇ ਨੇ ਜਿਵੇਂ ਇੰਗਲਿਸ਼ ਹਿੰਦੀ 'ਚ ਜੇ ਸੈਂਟੈਂਸ ਕੰਪਲੀਟ ਹੋ ਜਾਂਦਾ ਹੈ ਤੇ ਅਸੀਂ ਇੰਗਲਿਸ਼ 'ਚ ਫੁੱਲ ਸਟਾਪ ਲਾ ਦਿੰਦੇ ਨੇ ਤੇ ਹਿੰਦੀ 'ਚ ਪੂਰਨ ਵਿਰਾਮ ਲਾ ਦਿੰਦੇ ਨੇ। ਤੇ ਜਿਹੜਾ ਸੀ ਪ੍ਰੋਗਰਾਮ ਵਿੱਚ ਕੋਈ ਵੀ ਸਟੇਟਮੈਂਟ ਕੰਪਲੀਟ ਹੋ ਗਈ ਤਾਂ ਉਹਦੇ ਬਾਅਦ ਅਸੀਂ ਸੈਮੀਕੋਲਨ ਲਾਣਾ ਨਹੀਂ ਭੁੱਲਣਾ, ਜੇ ਅਸੀਂ ਭੁੱਲ ਗਏ ਤਾਂ ਸਾਨੂੰ ਐਰਰ ਆ ਜਾਣਾ ਹੈ। ਇਹਦਾ ਸੈਮੀਕੋਲਨ ਦਾ ਮਤਲਬ ਇਹ ਹੈ ਕਿ ਇਹ ਕਮਾਂਡ ਕੰਪਲੀਟ ਹੈ, ਹੁਣ ਨੈਕਸਟ ਕਮਾਂਡ ਜਿਹੜੀ ਹੋਏਗੀ ਉਹ ਐਗਜ਼ੀਕਿਊਟ ਹੋਏਗੀ। ਅੱਜ ਦਾ ਛੋਟਾ ਜਿਹਾ ਹੋਮਵਰਕ ਜਿਹੜਾ ਹੈਗਾ ਉਹ ਸਿੰਪਲ ਹੀ ਹੈਗਾ। ਪਹਿਲੇ ਤਾਂ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰ ਲਓ, ਉਹਦੇ ਬਾਅਦ ਹੈਲੋ ਵਰਲਡ ਦੀ ਜਗ੍ਹਾ ਕੁਝ ਹੋਰ ਲਿਖ ਕੇ ਆਪਣਾ ਤੁਸੀਂ ਡਿਸਪਲੇ ਕਰਨ ਦੀ ਕੋਸ਼ਿਸ਼ ਕਰੋ। ਫਿਰ ਸੈਮੀਕੋਲਨ ਹਟਾ ਕੇ ਐਰਰ ਲੈਣ ਦੀ ਕੋਸ਼ਿਸ਼ ਕਰੋ ਤੇ ਐਰਰ 'ਚ ਜਿਹੜੇ ਲੌਗ ਆਉਂਦੇ ਹੈ, ਐਰਰ ਕਿਸ ਤਰ੍ਹਾਂ ਆਉਂਦਾ ਹੈ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਇਹ ਪ੍ਰੋਗਰਾਮਿੰਗ ਸਿੱਖਣੀ ਹੈ ਤਾਂ ਐਰਰ ਜਿਹੜਾ ਹੈ ਉਹ ਪੜ੍ਹਨਾ ਆਉਣਾ ਚਾਹੀਦਾ ਹੈ। ਐਰਰ ਤੋਂ ਕਦੀ ਡਰਨਾ ਨਹੀਂ, ਐਰਰ ਕਰਕੇ ਹੀ ਸਾਨੂੰ ਪਤਾ ਲੱਗੇਗਾ ਕਿ ਅਸੀਂ ਗਲਤੀ ਕਿੱਥੇ ਕਰ ਰਹੇ ਹਾਂ। ਨੈਕਸਟ ਵੀਡੀਓ ਅਸੀਂ ਇੱਥੋਂ ਹੀ ਸਟਾਰਟ ਕਰਾਂਗੇ ਤੇ ਹੌਲੀ ਹੌਲੀ ਆਪਣੀ ਨੌਲੇਜ ਵਧਾ ਕੇ ਨਾਲ ਥਿਊਰੀ ਦੇ ਵੀ ਥੋੜ੍ਹੇ ਪਾਰਟਸ ਅਸੀਂ ਕਰਦੇ ਚੱਲਾਂਗੇ।